ਸਿਆਲਕੋਟ ਦੀ ਧਰਤੀ ਸਦੀਆਂ ਪੁਰਾਣੀ ਤਾਰੀਖ ਤੇ ਤਹਿਜ਼ੀਬਾਂ ਨਾਲ ਜੁੜੀ ਹੋਈ ਹੈ। ਇਸ ਧਰਤੀ ਦਾ ਇੱਕ ਮਸ਼ਹੂਰ ਤਾਰੀਖੀ ਕਿਰਦਾਰ ਪੂਰਨ ਭਗਤ ਵੀ ਹੈ, ਜਿਸ ਦੇ ਨਾਂ ਤੇ ਸਿਆਲਕੋਟ ਦੇ ਨਾਲੇ ਕਰੋਲ ਪਿੰਡ ਵਿੱਚ ਅੱਜ ਪੂਰਨ ਦਾ ਖੂਹ ਵੀ ਹੈ। ਗੌਰਮੈਂਟ ਮਰੇ ਗ੍ਰੈਜੂਏਟ ਕਾਲਜ ਸਿਆਲਕੋਟ ਵਿੱਚ ਪੂਰਨ ਭਗਤ ਦੀ ਜ਼ਿੰਦਗੀ ਤੇ ਤਾਲੀਮਾਤ ਉੱਤੇ ਮਬਨੀ ਇੱਕ ਖੂਬਸੂਰਤ ਸਟੇਜ ਪ੍ਰੋਗਰਾਮ ਕੀਤਾ ਗਿਆ। ਲਾਹੌਰ ਤੋਂ ਮਸ਼ਹੂਰ ਅਦਾਕਾਰ ਤੇ ਕਹਾਣੀਕਾਰ ਹੁਮਾ ਸਫਦਰ ਆਪਣੀ ਟੀਮ ਦੇ ਨਾਲ ਪਹੁੰਚੀਆਂ, ਜਿਨ੍ਹਾਂ ਨੇ ਸੰਗੀਤ ਤੇ ਮੁਕਾਲਮੇ ਦੇ ਇਮਤਜ਼ਾਜ ਨਾਲ ਪੂਰਨ ਭਗਤ ਦੀ ਕਹਾਣੀ ਨੂੰ ਜ਼ਿੰਦਾ ਕਰ ਦਿੱਤਾ। ਪ੍ਰੋਗਰਾਮ ਵਿੱਚ ਤਾਲਬੇ ਇਲਮਾਂ, ਉਸਤਾਦਾਂ ਤੇ ਮੁਖਤਲਿਫ ਸਮਾਜੀ ਲੋਕਾਂ ਨੇ ਸ਼ਿਰਕਤ ਕੀਤੀ ਤੇ ਹਾਜ਼ਰੀਨ ਨੇ ਟੀਮ ਨੂੰ ਜ਼ਬਰਦਸਤ ਖੈਰਾਜ ਤਹਿਸੀਨ ਪੇਸ਼ ਕੀਤਾ। ਮਜ਼ੀਦ ਤਫਸੀਲਾਤ ਦੱਸਦੇ ਨੇ ਮੁਦੱਸਰ ਰਤੂ। हाँ जी मुदस्सर रतू की सूरत हाल है जी बिल्कुल इस वक्त असी मौजूद हाँ गौरमेंट मड़े कॉलेज जिथे पूਰਨ भगत प्रोग्राम का इनकार किया गया तो इत्थे प्यार मुहब्बत भाईचारे का पैगाम दिता गया। तो इस वक्त मेरे नाल मौजूद ने साडे मेहमान, इस प्रोग्राम के मेहमान मैडम हुमा। आओ इन्हां मैडम हुमा नाल गल करने कि इन्हां दे आने का मकसद की है तो इन्हां ने पैगाम की दिता है आवाम नूं। असी जी समझते हैं कि जिहड़ी साडे रीत ਦੇ ਸਾਡੇ ਸ਼ਾਇਰ ਨੇ, ਸਾਡੇ ਬਜ਼ੁਰਗ ਨੇ, ਇਹਨਾਂ ਦਾ ਕਲਾਮ ਪੜ੍ਹਿਆ ਜਾਣਾ ਚਾਹੀਦਾ। ਆਪਣੀ ਜਿਹੜੀ ਬੋਲੀ ਹੈ ਉਹ ਸਾਨੂੰ ਸੁਰਤ ਮੱਥ ਦਿੰਦੀ ਹੈ, ਸਮਝ ਦਿੰਦੀ ਹੈ ਤੇ ਖਲਕਤ ਦੀ ਹਾਲਤ, ਲੋਕਾਂ ਦੀ ਹਾਲਤ ਜਿਹੜੀ ਹੈ, ਜਿਹੜਾ ਵਿਗਾੜ ਆਇਆ ਹੈ, ਜੋ ਲੋਕਾਂ ਦੀ ਹਾਲਤ ਹੋਈ ਹੈ, ਜਿਹੜੇ ਅਸੀਂ ਔਖਤ ਝੱਲ ਰਹੇ ਹਾਂ, ਜੋ ਕੁਝ ਵਰਤ ਰਹੀ ਹੈ ਅੱਜ ਕੱਲ੍ਹ, ਉਹਦਾ ਤਰੋੜ ਜਿਹੜਾ ਹੈ ਹਰੇ ਐਸੇ ਫਕੀਰੀ ਰੀਤ ਵਿੱਚ ਹੋਵੇ। ਸੋ ਸਾਨੂੰ ਇਸ ਨੂੰ ਵੇਖਣਾ ਚਾਹੀਦਾ, ਫਰੋਲਣਾ ਚਾਹੀਦਾ, ਸਮਝਣਾ ਚਾਹੀਦਾ ਤਾਂ ਕਿ ਇਸ ਦੁਨੀਆ ਨੂੰ ਅਸੀਂ ਬਦਲ ਸਕੀਏ। ਵਟਾ ਜਿਹੜਾ ਹੈ ਇਹ ਕੁੱਲ ਦੁਨੀਆ ਨੂੰ ਬਦਲਣਾ ਪਏਗਾ। ਮੈਂ ਕੋਈ ਕਿਸੇ ਖਿੱਤੇ ਦੀ ਗੱਲ ਨਹੀਂ ਕਰ ਰਹੀ। ਇਸ ਦੁਨੀਆ ਨੂੰ, ਇਸ ਸਮਾਜ ਨੂੰ ਬਦਲਣ ਲਈ ਸਾਨੂੰ ਪੜ੍ਹਨਾ ਚਾਹੀਦਾ, ਆਪਸ ਵਿੱਚ ਮਿਲਣਾ ਚਾਹੀਦਾ, ਰਲ ਕੇ ਗੱਲਾਂ ਕਰਨੀਆਂ ਚਾਹੀਦੀਆਂ ਨੇ। ਔਰ ਇਹ ਜਿਹੜਾ ਕਲਾਮ ਹੈ ਉਹਨੂੰ ਸਾਰਿਆਂ ਰਲ ਕੇ ਉਸ ਦੀ ਹਾਜ਼ਰੀ ਦਈਏ ਤੇ ਫਿਰ ਇਹਨੂੰ ਆਪਣੇ ਪੁਆੜੇ ਜਿਹੜੇ ਨੇ ਉਹ ਹੱਲ ਕਰਨ ਲਈ ਇਹਨੂੰ ਇਹਦੇ ਵਿੱਚੋਂ ਲੱਭੀਏ। ਬੜਾ ਅੱਛਾ ਪੈਗਾਮ ਦਿੱਤਾ ਜੀ ਮੈਡਮ ਨੇ। ਤੇ ਮੜੇ ਕਾਲਜ ਦੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਕੋਲ ਵੀ ਪੁੱਛਣਾ ਕਿ ਸਾਡੇ ਇਸ ਪ੍ਰੋਗਰਾਮ ਨੂੰ ਕਰਵਾਉਣ ਦਾ ਮਕਸਦ ਕੀ ਹੈ ਤੇ ਦੁਬਾਰਾ ਵੀ ਕਦੀ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣਗੇ ਕਿ नहीं। बिस्मिल्लाहिर्रहमानिर्रहीम। ज़रूर जी ऐसे प्रोग्राम होंगे। ये दरअसल प्रोग्राम बड़ी मुद्दतों के बाद मरे कॉलेज होया है तो इस किस्म के प्रोग्राम दरअसल जोड़े ने एक तारीख का हिस्सा बन जाते हैं। इस तारीख नूं जिंदा किया है, इस जबान नूं जिंदा करने का जरिए असी अपनी जबान तो बिल्कुल नाशनासा हो गए थे सां। ये प्रोग्राम करके असां साबित किया है कि अजे पंजाबी नूं समझण वाले लोग मौजूद ने और फकीरी की अहमियत इंसान की जिंदगी च की है। फ़कर और फकीरी ये जिहड़ा है सुपर नैचुरल जिंदगी तक किस तरह बंदे नूं आवन साबित होंदे ने। शुक्रिया जी। ਅੱਜ ਅਸੀਂ ਇੱਥੇ ਆਏ ਸਾਨੂੰ ਔਰ ਅਸੀਂ ਆਪਣੀ ਸਪੈਸ਼ਲੀ ਫੈਮਿਲੀ ਨੂੰ ਵੀ ਨਾਲ ਲੈ ਕੇ ਆਏ ਤਾਂ ਕਿ ਸਾਡੇ ਬੱਚੇ ਵੇਖਣ ਕਿ ਸਾਡਾ ਕਲਚਰ ਕੀ ਹੈ, ਕਿਸ ਤਰ੍ਹਾਂ ਜ਼ੁਬਾਨ ਪੰਜਾਬੀ ਬੋਲੀ ਜਾਂਦੀ ਹੈ ਔਰ ਪੰਜਾਬੀ ਉਹ ਕਿਵੇਂ ਸਿੱਖ ਸਕਦੇ ਨੇ ਔਰ ਵੱਡੇ ਕਿਵੇਂ ਤਲੱਫੁਜ਼ ਦੀ ਅਦਾਇਗੀ ਵਗੈਰਾ ਕਰਦੇ ਨੇ ਔਰ ਸਾਡੀ ਪੰਜਾਬੀ ਦੀ ਕੀ ਅਹਿਮੀਅਤ ਹੈ ਔਰ ਉਹਦੇ ਬਾਰੇ ਜਿਹੜਾ ਇੱਥੇ ਇੱਕ ਵਾਕਿਆ ਪਿਆ ਹੋਇਆ ਉਹ ਬੱਚਿਆਂ ਨੇ ਸੁਣਿਆ ਬੜੀ ਦਿਲਚਸਪੀ ਨਾਲ ਤੇ ਇਹਨਾਂ ਨੂੰ ਬਹੁਤ ਅੱਛਾ ਲੱਗਾ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਸਿਖਾਈਏ, ਇਹਨਾਂ ਨਾਲ ਥੋੜ੍ਹਾ ਬਹੁਤ ਸਰਕਲ ਪੁੱਛਣਾ ਸਰਕਲ ਕਿਉਂਕਿ ਸਕੂਲਾਂ 'ਚ ਹੁਣ ਇਹ ਕਲਚਰ ਨਹੀਂ ਹੈ, ਇਹ ਰਿਵਾਜ ਨਹੀਂ ਰਿਹਾ ਕਿ ਪੰਜਾਬੀ ਬੋਲੀ ਜਾਏ। ਕਿਸ ਤਰ੍ਹਾਂ ਬਿਲਕੁਲ ਦੀ ਤਰ੍ਹਾਂ ਮਾਸ਼ਰੇ ਨੂੰ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀਆਂ ਵੀ ਤਨ ਮਨ ਹਨ ਉਹਦੀ ਇੰਪੋਰਟੈਂਸ ਨਹੀਂ ਹੈ। ਇੰਪੋਰਟੈਂਸ ਇਹ ਮਾਸ਼ਰੇ 'ਚ ਦੂਸਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ। किस्सा किसी भी ज़बान मैं समझना कि सब तो पहले जो किसी ने अपने नाल कोई मसला होया वापरिया वाकया किसी ने दसिया होएगा तो ये किस्सा ही बन गया। और किस्सा जिहड़ा है एक नस्ल तो दूसरी नस्ल उस नस्ल का इलम मुंतकिल करने का एक बड़ा मोतबर जरिया और सब तो पुराना जरिया। तो यह किस्सा जिहड़ा अज असीं सुनिया सानू उस दौर का पूरा जिहड़ा माहौल सी, वो लोगों के रवैये सन, ਜ਼ਬਾਨ ਕਿਹੜੀ ਉਦੋਂ ਇਸਤੇਮਾਲ ਹੋ ਰਹੀ ਸੀ ਜਾਂ ਲੋਕਾਂ ਦੇ ਆਪਸ ਵਿੱਚ ਤਾਲੁਕਾਤ ਕਿਸ ਤਰ੍ਹਾਂ ਦੇ ਹਨ, ਸਾਰੇ ਦੇ ਉੱਤੇ ਚਾਨਣ ਪਿਆ ਤੇ ਸਾਨੂੰ ਪਤਾ ਲੱਗਾ ਕਿ ਇਨਸਾਨੀ ਰਵੱਈਏ ਉਦੋਂ ਵੀ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਅੱਜ ਕੱਲ੍ਹ ਰੌਲਾ ਹੈ। ਤੇ ਕਿਸੇ ਇੱਕ ਦੀ ਗੱਲ ਸੁਣ ਕੇ ਅਗਰ ਅਸੀਂ ਕੋਈ ਫੈਸਲਾ ਕਰ ਲਈਏ ਤਾਂ ਕਈ ਵਾਰੀ ਉਹ ਗਲਤ ਹੋ ਸਕਦਾ ਹੈ। ਇਸ ਲਈ ਖਾਸ ਤੌਰ ਤੇ ਕਿਸੇ ਦੀ ਵੀ ਰਾਏ ਹਤਮੀ ਰਾਏ ਨਹੀਂ ਹੁੰਦੀ। ਅਗਰ ਦੋ ਫਰੀਕ ਹੋਣ ਤੇ ਦੋਵਾਂ ਦੀ ਗੱਲ ਸੁਣ ਕੇ ਅਗਰ ਪੂਰਨ ਭਗਤ ਦਾ ਪਿਓ ਇਹ ਫੈਸਲਾ ਕਰਦਾ ਤਾਂ ਫਿਰ ਯਕੀਨਨ ਇਹ ਸਾਰਾ ਕੁਝ ਜੋ ਕੁਝ ਉਹਦੇ ਨਾਲ ਹੋਇਆ ਨਾ ਹੁੰਦਾ। पर अज इत्थे आके बहुत अच्छा लगा।
ਜਿਹੜੀ ਜੋੜੀ ਆਈ ਹੋਈ ਸੀ ਜਿਨ੍ਹਾਂ ਨੇ ਸਾਰੀ ਗੱਲਬਾਤ ਸੁਣਾਈ, ਉਹਨਾਂ ਵੀ ਬੜੇ ਅੱਛੇ ਤਰੀਕੇ ਨਾਲ ਸੁਣਾਇਆ ਔਰ ਇਹਦੇ ਨਾਲ ਸਾਡੇ ਦਿਲ ਵਿੱਚ ਪੰਜਾਬੀ ਜ਼ੁਬਾਨ ਤੇ ਕਲਚਰ ਨਾਲ ਮੁਹੱਬਤ ਵਧੀ ਹੈ।